ਕੈਨੇਡਾ ਵੱਲੋਂ ਹਾਊਸਿੰਗ ਸ਼ਾਰਟੇਜ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਸ ਦੇ ਕਾਰਨ ਹੁਣ ਘਰਾਂ ਦੀ ਕੀਮਤ ਦੇ ਵਿੱਚ ਵਾਧਾ ਵੀ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਘਰ ਖਰੀਦਣ ਵਾਲੇ ਬਾਇਰਸ ਨੇ ਉਹਨਾਂ ਨੂੰ ਖਰੀਦਦਾਰੀ ਦੇ ਦੌਰਾਨ ਕਈ ਚੀਜ਼ਾਂ ਨੂੰ ਲੈ ਕੇ ਸਮਝੌਤਾ ਕਰਨਾ ਪੈਂਦਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ 2021 ਦੇ ਵਿੱਚ ਕੈਨੇਡਾ ਦੀ ਆਬਾਦੀ ਵੱਧ ਸਕਦੀ ਹੈ। 2043 ਤੱਕ ਆਬਾਦੀ ਹੋਰ ਵੀ ਜ਼ਿਆਦਾ ਵਧਣ ਦੇ ਆਸਾਰ ਹਨ। ਇੱਕ ਸਟੱਡੀ ਦੇ ਵਿੱਚ ਖੁਲਾਸਾ ਹੋਇਆ ਹੈ ਕਿ 2100 ਤੱਕ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਮਾਈਗ੍ਰੇਸ਼ਨ ਰੇਟ ਹੋਵੇਗਾ। ਇਸ ਦੇ ਨਾਲ ਹੀ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇੰਨੀ ਆਬਾਦੀ ਜਾਨੀ ਪੋਪੂਲੇਸ਼ਨ ਕੈਨੇਡਾ ਦੇ ਵਿੱਚ ਰਹੇਗੀ ਕਿੱਥੇ? ਅਗਲੇ 20 ਸਾਲਾਂ ਦੌਰਾਨ ਕੈਨੇਡਾ ਅੰਦਰ ਮਿਲੀਅਨਸ ਦੀ ਗਿਣਤੀ ਦੇ ਵਿੱਚ ਲੋਕ ਆਉਣਗੇ, ਪਰ ਇਹ ਕਿੱਥੇ ਰਹਿਣਗੇ, ਇਹ ਸਵਾਲ ਬਣਿਆ ਹੋਇਆ ਹੈ। 2019 ਦੇ ਦੌਰਾਨ ਟੋਰਾਂਟੋ ਦੇ ਵਿੱਚ 1,17,000 ਨਿਊ ਕਮਰਸ ਆ ਕੇ ਵਸੇ। ਇਹ ਸਿਰਫ ਸ਼ਹਿਰ ਦੀ 1.8% ਦੀ ਆਬਾਦੀ ਨੂੰ ਰਿਪਰੈਜ਼ੈਂਟ ਕਰਦੇ ਹਨ। ਇੰਟਰਨੈਟ ਦੇ ਉੱਪਰ ਦਾਅਵੇ ਕੀਤੇ ਜਾ ਰਹੇ ਨੇ ਕਿ ਤਕਰੀਬਨ ਸਾਰੇ ਕੈਨੇਡੀਅਨ US ਬਾਰਡਰ ਦੇ 100 ਕਿਲੋਮੀਟਰ ਦਾਇਰੇ ਦੇ ਵਿੱਚ ਰਹਿੰਦੇ ਨੇ। ਕਦੇ-ਕਦੇ ਇਹ ਅੰਕੜਾ 80 ਜਾਂ ਫਿਰ 90% ਵੀ ਦੱਸਿਆ ਜਾਂਦਾ ਹੈ। ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਦੇ ਵਿੱਚ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਗਏ ਨੇ। ਇਹ ਨਸ਼ਾ ਸਰੀ ਦੇ ਕਲੋਵਰਡੇਲ, ਬਰਨਵੀ ਅਤੇ ਵੈਲੀ ਦੇ ਟ੍ਰੈਫਿਕ ਸਟਾਪ ਤੋਂ ਬਰਾਮਦ ਕੀਤਾ ਗਿਆ। ਸਰੀ RCMP ਫਰੰਟਲਾਈਨ ਆਫੀਸਰਸ ਦੇ ਵੱਲੋਂ ਵੈਲੀ ਦੇ ਵਿੱਚ ਟ੍ਰੈਫਿਕ ਸਟਾਪ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਗਏ। ਜਾਣਕਾਰੀ ਦੇ ਮੁਤਾਬਕ ਸਰੀ RC ਫਰੰਟਲਾਈਨ ਆਫੀਸਰਸ ਦੇ ਵੱਲੋਂ ਜੂਨ 4 ਨੂੰ ਟ੍ਰੈਫਿਕ ਸਟਾਪ ਲਗਾਇਆ ਗਿਆ ਸੀ। ਇਸ ਦੌਰਾਨ ਉਹਨਾਂ ਵੱਲੋਂ 7 ਨਕਲੀ ਹਥਿਆਰ ਅਤੇ ਫੈਂਟਨਲ ਬਰਾਮਦ ਕੀਤੀ ਗਈ। ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ ਕਿ 7 ਇਮੀਟੇਸ਼ਨ ਫਾਇਰਆਰਮ, ਪਿਸਟਲ ਮੈਗਜ਼ੀਨ, ਸਵਾਰਡ ਅਤੇ ਚਾਕੂ ਬਰਾਮਦ ਕੀਤਾ ਗਿਆ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕਈ ਪੈਕੇਟ ਫੈਂਟਨਲ ਦੇ ਬਰਾਮਦ ਕੀਤੇ ਗਏ, ਜਾਣੀ ਕਿ 157 ਗ੍ਰਾਮ ਫੈਂਟਨਲ ਬਰਾਮਦ ਹੋਈ ਹੈ। $250 ਕੈਸ਼ ਵੀ ਬਰਾਮਦ ਕੀਤਾ ਗਿਆ। ਇਸ ਮਾਮਲੇ ਦੇ ਵਿੱਚ 34 ਸਾਲਾ ਸਰੀ ਦੇ ਨਾਲ ਸੰਬੰਧਿਤ ਵਿਅਕਤੀ ਅਤੇ 34 ਸਾਲਾ ਪੋਰਟ ਕੋਕੁਇਟਲਮ ਦੇ ਨਾਲ ਸੰਬੰਧਿਤ ਔਰਤ ਨੂੰ ਮੌਕੇ ਤੋਂ ਰਿਹਾ ਕੀਤਾ ਗਿਆ। ਸਰੀ ਦੇ ਕਲੋਵਰਡੇਲ ਦੇ ਵਿੱਚ ਜੋ ਟ੍ਰੈਫਿਕ ਸਟਾਪ ਲਗਾਇਆ ਗਿਆ ਸੀ, ਉੱਥੇ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਸਰੀ RCMP ਗੈਂਗ ਇਨਫੋਰਸਮੈਂਟ ਟੀਮ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਜੂਨ 8 ਦਾ ਹੈ। ਇੱਥੇ 176 ਸਟਰੀਟ ਐਂਡ ਫਰੇਜ਼ਰ ਹਾਈਵੇ ਦੇ ਉੱਪਰ ਇੱਕ ਮੋਟਰ ਵਹੀਕਲ ਰੁਕਵਾਇਆ ਗਿਆ। ਇਸ ਦੌਰਾਨ ਡਰਾਈਵਰ ਦੇ ਕੋਲੋਂ ਹਾਲਸਟਰ, 2 ਸਟਾਰਟਰ ਪਿਸਟਲ, ਕੈਨਿਸਟਰ ਆਫ ਬੀਅਰ ਮੇਸ, ਕਈ ਚਾਕੂ ਅਤੇ $1200 ਕੈਸ਼ ਬਰਾਮਦ ਕੀਤਾ ਗਿਆ। ਇਸ ਦੌਰਾਨ ਪਲਾਸਟਿਕ ਦੇ ਬੈਗਸ ਦੇ ਵਿੱਚ ਸਸਪੈਕਟਡ ਇਲਿਸਿਟ ਡਰੱਗ ਵੀ ਬਰਾਮਦ ਹੋਇਆ ਹੈ। 99 ਗ੍ਰਾਮ ਸਸਪੈਕਟਡ ਫੈਂਟਨਲ ਅਤੇ 58 ਗ੍ਰਾਮ ਸਸਪੈਕਟਡ ਮੈਥਮਫੈਟਾਮਾਈਨ ਸੀਜ਼ ਕੀਤੇ ਗਏ। ਡਰਾਈਵਰ ਦੀ ਉਮਰ 47 ਸਾਲ ਦੱਸੀ ਗਈ। ਇਸ ਡਰਾਈਵਰ ਨੂੰ ਮੋਟਰ ਵਹੀਕਲ ਐਕਟ ਆਫੈਂਸਸ ਦੇ ਚੱਲਦਿਆਂ ਵਾਇਓਲੇਸ਼ਨ ਟਿਕਟ ਵੀ ਜਾਰੀ ਕੀਤੀ ਗਈ। ਇਸ ਵਿਅਕਤੀ ਨੂੰ ਕਸਟਡੀ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ ਤੇ ਇਸ ਦੇ ਉੱਪਰ ਫਿਲਹਾਲ ਕੋਈ ਚਾਰਜ ਨਹੀਂ ਲਗਾਏ ਗਏ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਬਰਨਵੀ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਬਰਨਵੀ RCMP ਵੱਲੋਂ ਹਥਿਆਰ, ਨਸ਼ਾ ਅਤੇ ਕੈਸ਼ ਬਰਾਮਦ ਕੀਤੇ ਗਏ। ਇਸ ਦੌਰਾਨ ਬਰਨਵੀ RCMP ਦੇ ਡਰੱਗ ਸੈਕਸ਼ਨ ਵੱਲੋਂ ਸਰਚ ਵਾਰੰਟ ਐਗਜ਼ੀਕਿਊਟ ਕੀਤਾ ਗਿਆ ਤੇ ਕੋਕੁਇਟਲਮ ਦੇ ਨਾਲ ਸੰਬੰਧਿਤ ਇੱਕ ਦੀ ਗ੍ਰਿਫਤਾਰੀ ਕੀਤੀ ਗਈ। RCMP ਦੇ ਹੱਥ $15,000 ਕੈਸ਼, ਹਾਈ ਐਂਡ ਵਹੀਕਲ, ਕਈ ਹਥਿਆਰ ਅਤੇ SKS ਅਸੌਲਟ ਰਾਈਫਲ ਲੱਗੀ ਹੈ। ਜਾਣਕਾਰੀ ਦੇ ਮੁਤਾਬਕ 2 ਜਾਣਿਆਂ ਦੇ ਉੱਪਰ ਨਸ਼ੇ ਅਤੇ ਹਥਿਆਰ ਦੇ ਨਾਲ ਸੰਬੰਧਿਤ ਚਾਰਜ ਲਗਾਏ ਗਏ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ US ਵੱਲੋਂ 500 ਮਿਲੀਅਨ ਕੋਵਿਡ-19 ਫਾਈਜ਼ਰ ਵੈਕਸੀਨ ਡੋਨੇਟ ਕੀਤੇ ਜਾਣਗੇ। ਬਾਈਡਨ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ 500 ਮਿਲੀਅਨ ਫਾਈਜ਼ਰ ਕੋਰੋਨਾ ਵਾਇਰਸ ਵੈਕਸੀਨ 100 ਕੰਟਰੀਆਂ ਨੂੰ ਭੇਜੇ ਜਾਣ, ਜੋ ਕਿ ਅਗਲੇ 2 ਸਾਲਾਂ ਦੇ ਵਿੱਚ ਭੇਜੇ ਜਾਣਗੇ। ਯੂਨਾਈਟਿਡ ਸਟੇਟ ਵੱਲੋਂ ਇਸ ਸਾਲ 200 ਮਿਲੀਅਨ ਸ਼ਾਟਸ ਭੇਜੇ ਜਾਣਗੇ ਤੇ ਬਾਕੀ 300 ਮਿਲੀਅਨ ਡੋਜ਼ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਭੇਜੇ ਜਾਣਗੇ। ਇਹ ਡੋਜ਼ ਉਹਨਾਂ 92 ਦੇਸ਼ਾਂ ਨੂੰ ਮਿਲਣਗੇ ਜਿਨ੍ਹਾਂ ਦੀ ਕਾਫੀ ਘੱਟ ਇਨਕਮ ਹੈ। ਇਹ ਡੋਨੇਸ਼ਨ ਕੋਵੈਕਸਿਨ ਪ੍ਰੋਗਰਾਮ ਦੇ ਜ਼ਰੀਏ ਭੇਜਿਆ ਜਾਵੇਗਾ। ਪਿਛਲੇ 4 ਹਫ਼ਤਿਆਂ ਤੋਂ ਵਾਈਟ ਹਾਊਸ ਵੱਲੋਂ ਇਸ ਡੀਲ ਦੇ ਨਾਲ ਸੰਬੰਧਿਤ ਨੈਗੋਸੀਏਸ਼ਨ ਕੀਤੀ ਜਾ ਰਹੀ ਹੈ। ਅਮਰੀਕਾ ਵੱਲੋਂ ਮੋਡਰਨਾ ਵੈਕਸੀਨ ਦੇ ਸੰਬੰਧ ਦੇ ਵਿੱਚ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ। ਮੌਜੂਦਾ ਸਮੇਂ ਅਮਰੀਕਾ ਦੇ ਵਿੱਚ 64% ਅਡਲਟਸ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ।
ਅਜਿਹੇ ਕਈ ਦੇਸ਼ ਨੇ ਜਿੱਥੇ ਵੈਕਸੀਨੇਸ਼ਨ ਰੇਟ ਕਾਫੀ ਜ਼ਿਆਦਾ ਘੱਟ ਹੈ। ਇਸ ਦੇ ਵਿੱਚ ਬ੍ਰਾਜ਼ੀਲ ਅਤੇ ਭਾਰਤ ਦਾ ਨਾਮ ਸ਼ਾਮਿਲ ਹੈ, ਜਿੱਥੇ ਕਰੋਨਾ ਵਾਇਰਸ ਦੇ ਮਾਮਲੇ ਤਾਂ ਵੱਧ ਨੇ ਪਰ ਵੈਕਸੀਨੇਸ਼ਨ ਰੇਟ ਕਾਫੀ ਘੱਟ ਹੈ। ਇੰਨਾ ਹੀ ਨਹੀਂ, ਬਾਈਡਨ ਪ੍ਰਸ਼ਾਸਨ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜੂਨ ਮਹੀਨੇ ਦੇ ਆਖਿਰ ਤੱਕ 80 ਮਿਲੀਅਨ ਡੋਜ਼ ਭੇਜੀਆਂ ਜਾਣਗੀਆਂ। ਫਾਈਜ਼ਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ 2021 ਦੇ ਦੌਰਾਨ ਉਹਨਾਂ ਵੱਲੋਂ 3 ਬਿਲੀਅਨ ਕੋਵਿਡ-19 ਸ਼ਾਟ ਤਿਆਰ ਕੀਤੇ ਜਾਣਗੇ ਅਤੇ ਅਗਲੇ ਸਾਲ ਇਸ ਨੂੰ ਵਧਾ ਕੇ 4 ਬਿਲੀਅਨ ਕੀਤਾ ਜਾਵੇਗਾ। ਐਗਰੀਮੈਂਟ ਦੇ ਤਹਿਤ ਅਮਰੀਕਾ ਵੱਲੋਂ ਫਾਈਜ਼ਰ ਵੈਕਸੀਨ ਤੋਂ 300 ਮਿਲੀਅਨ ਸ਼ਾਟਸ ਖਰੀਦੇ ਜਾ ਚੁੱਕੇ ਨੇ। ਮੈਨੀਟੋਬਾ ਵੱਲੋਂ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ। ਪ੍ਰੀਮੀਅਰ ਵੱਲੋਂ ਬੋਲਦਿਆਂ ਜਾਣਕਾਰੀ ਦਿੱਤੀ ਗਈ ਕਿ ਇਹ ਰੀਓਪਨਿੰਗ ਪਲਾਨ ਇਸ ਦੇ ਉੱਪਰ ਨਿਰਭਰ ਕਰੇਗਾ ਕਿ ਮੈਨੀਟੋਬਾ ਦੇ ਵਿੱਚ ਕਿੰਨੀ ਫੀਸਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਟੀਚਾ ਤੈਅ ਕੀਤਾ ਗਿਆ ਹੈ ਕਿ 70% ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਅਤੇ 25% ਆਬਾਦੀ ਨੂੰ ਦੂਸਰੀ ਸ਼ਾਟ ਲਗਾਈ ਜਾ ਚੁੱਕੀ ਹੋਵੇ। ਪ੍ਰੋਵਿੰਸ ਦਾ ਕਹਿਣਾ ਹੈ ਕਿ ਜੇਕਰ ਜੁਲਾਈ 1 ਦੌਰਾਨ ਟਾਰਗੇਟ ਪੂਰਾ ਹੋ ਗਿਆ ਤਾਂ ਇਕੱਠ ਦੇ ਨਾਲ ਸੰਬੰਧਿਤ ਜੋ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ਪ੍ਰੋਵਿੰਸ ਦੇ ਵਿੱਚ ਜੇਕਰ 75% ਆਬਾਦੀ ਨੂੰ ਕੋਵਿਡ-19 ਵੈਕਸੀਨ ਫਰਸਟ ਡੋਜ਼ ਅਤੇ 50% ਆਬਾਦੀ ਨੂੰ ਦੋਨੋਂ ਡੋਜ਼ ਲੱਗ ਗਏ ਤਾਂ ਅਗਸਤ ਮਹੀਨੇ ਤੱਕ ਗੈਦਰਿੰਗ 50% ਦੀ ਹੋ ਸਕਦੀ ਹੈ। ਜੇਕਰ ਲੇਬਰ ਡੇ ਤੱਕ ਪ੍ਰੋਵਿੰਸ ਦੇ ਵਿੱਚ 80% ਆਬਾਦੀ ਨੂੰ ਕੋਵਿਡ-19 ਪਹਿਲੀ ਡੋਜ਼ ਅਤੇ 75% ਨੂੰ ਦੋਨੋਂ ਸ਼ਾਟਸ ਲੱਗ ਗਏ ਤਾਂ ਫਿਰ ਕਾਰੋਬਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਵਿੱਚ ਇਹ ਤਾਂ ਨਹੀਂ ਦੱਸਿਆ ਗਿਆ ਕਿ ਕਿਹੜੇ ਕਾਰੋਬਾਰਾਂ ਨੂੰ ਖੋਲ੍ਹਣ ਦੀ ਆਗਿਆ ਮਿਲੇਗੀ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਆਪਣੀ ਰੀਓਪਨਿੰਗ ਪਲਾਨ ਸਾਂਝੇ ਕੀਤੇ ਜਾ ਰਹੇ ਨੇ। ਇਹਨਾਂ ਰੀਓਪਨਿੰਗ ਪਲਾਨਾਂ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਟੀਚਾ ਤੈਅ ਕੀਤਾ ਜਾ ਰਿਹਾ ਹੈ ਤੇ ਹੁਣ ਮੈਨੀਟੋਬਾ ਵੱਲੋਂ ਵੀ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਰੀਓਪਨਿੰਗ ਪਲਾਨ ਪੇਸ਼ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।